सोचा सीगा 5-6 साल पहले कुछ करना तो लाइफ के कुछ अपना ही करना जी तो बस अपना स्टार्ट कर लिया कुछ तो 5-6 महीने बाद घरदिਆਂ ਨੂੰ पता लग गया घरदिਆਂ ਨੂੰ बिना दसे काम स्टार्ट किया सीगा जी। होटल मैनेजमेंट की मैं कलैरियन च जॉब की पहला तो हुण ताज होटल च की लास्ट टाइम तो उस तो बाद बस दोनों ने ही कर लिया अपना स्टार्टिंग असी चाह तो की असी खुद उत्थे दे सोचा भी हाँ भी असी मंडी दे विच स्टार्ट कर लेने काम क्योंकि बाकी तो सारे सर बंद सीगे इधर उधर लॉकडाउन के फिर चाह वेच के गुजारा किया जी स्टार्टिंग के शर्म आती सी थोड़ी सी क्योंकि अपनी मानसिकता एक्चुअली थोड़ा पता ही है थोड़ी वीक आ लोग एप्रीशिएट नहीं ना करते है ये चीज़ को इनफैक्ट फिर हौली हौली बस शर्म उतर गई बस करते गई फिर तो चार टायर वाली रेडी सी एक बाइक से असी 2 ਨਾਲ 2 ला के एक दूसरे इस तरह बैठ के ना ये पिछे तो फटता ही मैं बाइक चलाता सी एवें करके हौली हौली करके लेके जाते ਸੀ। एक बार साडा असी गए सीगे रास्ते 'ਚ जा रहे ਸੀਗੇ ਤੇ ਉਹਦਾ ਜਿੱਥੇ ਰਹਿੰਦੇ ਸੀਗੇ ਉਹਦਾ ਟਰਨ ਸੀਗਾ ਕੋਈ ਤੇ ਉਹ ਕਾਫੀ ਜ਼ਿਆਦਾ ਉੱਚਾ ਨੀਵਾਂ ਸੀਗਾ ਤੇ ਜਿਸ ਟਾਈਮ ਅਸੀਂ ਲੰਘਣ ਲੱਗੇ ਉੱਥੇ ਤੋਂ ਤੇ ਉਹ ਹੱਥ 'ਚੋਂ ਸਲਿੱਪ ਹੋ ਗਈ ਰੇੜੀ ਇੱਕ ਸਾਈਡ ਤੋਂ ਉਹ ਸਾਰੀ ਪਲਟ ਗਈ ਸਾਡਾ ਸਾਰਾ ਸੂਪ ਸਾਰਾ ਵੇਸਟ ਹੋ ਗਿਆ ਜੀ। ਉਸ ਤੋਂ ਬਾਅਦ ਸਟੈਪ ਬਾਈ ਸਟੈਪ ਆ ਕੇ ਭਾਜੀ ਅਸੀਂ ਇੱਥੇ 11 ਫੇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਨੀਅਰ ਪਾਰਕ ਫਿਰ ਇੱਥੇ ਆ ਪਹੁੰਚੇ ਅਸੀਂ ਹੌਲੀ ਹੌਲੀ ਕਰਕੇ ਇੱਕ ਦੋ ਜਣਾ ਕੋਈ ਕਹਿੰਦਾ ਵੀ ਹਾਂ ਵੀ ਤੁਸੀਂ ਯਾਰ ਵਧੀਆ ਜੌਬ ਕਰਦੇ ਸੀਗੇ ਉੱਥੇ ਵਧੀਆ ਸੈਲਰੀ ਲੈ ਰਹੇ ਸੀਗੇ ਕਿ ਤੁਸੀਂ ਕਿਤੇ ਤੇ ਰੇੜੀ ਠੇਲਿਆਂ ਦੇ ਚੱਕਰਾਂ 'ਚ ਪੈ ਗਏ ਤੁਸੀਂ ਤਕਰੀਬਨ ਆਪਾਂ 10 ਅਪ੍ਰੈਲ ਨੂੰ ਸੋਚਿਆ ਸੀਗਾ ਕਿ 10 ਅਪ੍ਰੈਲ ਨੂੰ ਕੋਈ ਦੁਕਾਨ ਲੈ ਲਾਂਗੇ ਜੀ ਪਰ ਉਹ 21 ਮਾਰਚ ਨੂੰ ਲੋਕਡਾਊਨ ਹੋ ਗਿਆ ਸੀਗਾ। ਭਾਜੀ ਸਾਨੂੰ 3 ਸਾਲ ਹੋ ਗਏ ਕੰਮ ਸਟਾਰਟ ਕੀਤੇ ਨੂੰ ਤੇ ਪਹਿਲਾਂ ਇੱਥੇ ਜੌਬ ਕਰਨੇ ਆਏ ਸੀਗੇ ਅਸੀਂ ਤੇ ਬਸ ਉਸ ਤੋਂ ਬਾਅਦ ਅਸੀਂ ਦੋਸਤ ਹਾਂ ਦੋਨੋਂ ਜਾਣੇ ਬਚਪਨ ਤੋਂ ਹੀ ਦੋਸਤ ਹਾਂ ਤੇ ਬਸ ਇੱਥੇ ਆ ਕੇ ਘਰ ਤੋਂ ਹੀ ਸੋਚ ਕੇ ਆਏ ਸੀਗੇ ਕਿ ਇੱਥੇ ਕੰਮ ਕਰਨਾ ਕੋਈ ਆਪਣਾ ਹੀ ਕਰਾਂਗੇ ਬਿਜ਼ਨਸ ਕੁਝ ਵੀ ਕਰਾਂਗੇ ਤੇ ਆਪਣਾ ਹੀ ਕਰਾਂਗੇ। ਭਾਈ ਜੌਬ ਮਿਲੀ ਸੀਗੀ ਸਾਨੂੰ ਨਿਕ ਵੇਕਰ ਸੀਗਾ ਮੈਂ ਸ਼ੈਫ ਲੱਗਾ ਸੀ ਉੱਥੇ 35 ਸੈਕਟਰ ਦੇ ਵਿੱਚ ਉਸ ਤੋਂ ਬਾਅਦ ਬਸ ਕੁਇਟ ਕਰਕੇ ਕੁਝ ਸੋਚਿਆ ਸੀਗਾ 5-6 ਸਾਲ ਪਹਿਲਾਂ ਕੁਝ ਕਰਨਾ ਤਾਂ ਲਾਈਫ ਦੇ ਵਿੱਚ ਕੁਝ ਆਪਣਾ ਹੀ ਕਰਨਾ ਜੀ ਤੇ ਬਸ ਆਪਣਾ ਸਟਾਰਟ ਕਰ ਲਿਆ ਕੁਝ ਤੇ 5-6 ਮਹੀਨੇ ਬਾਅਦ ਘਰਦਿਆਂ ਨੂੰ ਪਤਾ ਲੱਗ ਗਿਆ ਘਰਦਿਆਂ ਨੂੰ ਬਿਨਾਂ ਦੱਸੇ ਕੰਮ ਸਟਾਰਟ ਕੀਤਾ ਸੀਗਾ ਉਹ ਤਾਂ ਬਰਥਡੇ ਸੀਗਾ ਮੇਰੇ ਉਹ ਤੇ ਫੇਸਬੁੱਕ ਤੇ ਕਲਿੱਪ ਪਾਤੀ ਕੋਈ ਉਹ ਬ੍ਰਦਰ ਤੇ ਡੈਡੀ ਉਹਨਾਂ ਨੇ ਦੇਖ ਲਿਆ ਘਰਾਂ ਵੀ ਇਹਨਾਂ ਨੇ ਕੰਮ ਕੁਝ ਕਰ ਲਿਆ ਐਵੇਂ ਘਰਾਂ ਪਹਿਲਾਂ ਦੱਸਿਆ ਨਹੀਂਗਾ ਬਾਅਦ 'ਚ ਬਸ ਕੰਮ ਸਟਾਰਟ ਕਰਕੇ ਉਹਨਾਂ ਨੂੰ ਪਤਾ ਲੱਗਿਆ ਬਸ ਉਸ ਤੋਂ ਬਾਅਦ ਚੱਲਦੀ ਆਏ ਹੋਟਲ ਮੈਨੇਜਮੈਂਟ ਕੀਤੀ ਹੋਈ ਹੈ ਸਾਡੀ ਤੇ ਹਾਂਜੀ ਹਾਂ ਸਟੱਡੀ ਦੇ ਨਾਲ ਪਹਿਲਾਂ ਸੰਗਮ ਘਾਟ ਦੇ ਵਿੱਚ ਸ਼ੈਫ ਸੀਗੇ ਅਸੀਂ ਬੇਕਰੀ ਦਾ ਕਾਊਂਟਰ ਹੋ ਗਿਆ ਸੈਂਡਵਿਚਸ ਦਾ ਹੋ ਗਿਆ ਪੀਜ਼ਾ ਵਗੈਰਾ ਉਹ ਹੈਂਡਲ ਕਰਦੇ ਸੀਗੇ ਜੀ ਅਸੀਂ ਉੱਥੇ ਉਸ ਤੋਂ ਬਾਅਦ ਸਟੱਡੀ ਕਰਦੇ ਗਏ ਨਾਲ ਹੋਟਲ ਮੈਨੇਜਮੈਂਟ ਹੋਈ ਗਈ ਨਾਲੇ ਡੋਮੀਨੋਜ਼ ਪੀਜ਼ਾ ਲੱਗੇ ਰਹੇ ਜੀ ਉੱਧਰ ਵੀ ਉਸ ਤੋਂ ਬਾਅਦ ਐਕਸਪੀਰੀਅੰਸ ਲਿਆ ਉਸ ਤੋਂ ਬਾਅਦ ਨਿਕ ਵੇਕਰ 'ਚ ਵੀ ਕੀਤਾ ਤੇ ਪਟਿਆਲੇ ਟੀ&ਜੀ ਹੋਟਲ 'ਚ ਕੰਮ ਕੀਤਾ ਜੀ ਬਸ ਇੰਟਰਸਟ ਬਣ ਗਿਆ ਕੁਕਿੰਗ ਦੇ ਵਿੱਚ ਹੌਲੀ ਹੌਲੀ ਬਸ ਕਰ ਆਪਣਾ ਜੀ ਤੇ ਮੈਂ ਕਲੈਰੀਅਨ 'ਚ ਜੌਬ ਕੀਤੀ ਪਹਿਲਾਂ ਤੇ ਹੁਣ ਤਾਜ ਹੋਟਲ 'ਚ ਕੀਤੀ ਸੀ ਲਾਸਟ ਟਾਈਮ ਬਸ ਜੌਬ ਲੈਫਟ ਕਰੀ ਹਾਂਜੀ ਹਾਂ ਤਾਜ ਹੋਟਲ 17 'ਚ ਹੀ ਚੰਡੀਗੜ੍ਹ 17 'ਚ ਤੇ ਉਸ ਤੋਂ ਬਾਅਦ ਬਸ ਦੋਨਾਂ ਨੇ ਹੀ ਕਰ ਲਿਆ ਆਪਣਾ ਸਟਾਰਟਿੰਗ ਅਸੀਂ ਚਾਹ ਤੋਂ ਕੀਤੀ ਸਟਾਰਟਿੰਗ ਤੋਂ ਹੀ ਅਸੀਂ ਉਹ ਮੰਡੀ ਦੇ ਵਿੱਚ ਪਹਿਲੇ ਦਿਨ ਮੰਡੀ 'ਚ ਲਗਾਇਆ ਸੀਗਾ ਜੀ ਆਪਣੇ ਆ ਜਿਹੜੀ ਪੰਜਾਬ ਮੰਡੀ ਬੋਰਡ ਹੈ ਜੀ ਪੰਜਾਬ ਮੰਡੀ ਬੋਰਡ 'ਚ ਸਭ ਤੋਂ ਪਹਿਲੇ ਦਿਨ ਲਾਇਆ ਸੀਗਾ ਅਸੀਂ ਫੈਮਿਲੀ ਤੋਂ ਬਿਨਾਂ ਪੈਸਾ ਲਿਆ 2-2.5 ਲੱਖ ਰੁਪਏ ਖੁਦ ਲਗਾਇਆ ਸੀਗਾ ਜੀ ਅਸੀਂ ਸਟਾਰਟਿੰਗ ਉੱਥੇ ਸੂਪ ਲਾਇਆ ਸੀਗਾ ਆਪਾਂ ਵੈਜ ਸੂਪ ਲਾਇਆ ਸੀਗਾ ਸਭ ਤੋਂ ਪਹਿਲਾਂ ਸਾਨੂੰ ਪਤਾ ਨਹੀਂ ਸੀ ਕਿ ਇੱਥੇ ਕਾਰਪੋਰੇਸ਼ਨ ਵਾਲਿਆਂ ਦਾ ਡਰ ਸੀਗਾ ਮੋਹਾਲੀ ਦੇ ਵਿੱਚ ਕਿ ਕਾਰਪੋਰੇਸ਼ਨ ਵਾਲੇ ਸਮਾਨ ਲੈ ਜਾਣਗੇ ਜਾਂ ਸਾਨੂੰ ਲੋਕਾਂ ਨੇ ਬਹੁਤ ਡਰਾਇਆ ਸੀਗਾ ਵੀ ਤੁਸੀਂ ਇੱਥੇ ਕੰਮ ਕਰੋਗੇ ਤੇ ਫਿਰ ਉਹ ਤੋਂ ਬਾਅਦ ਤੁਹਾਡਾ ਸਮਾਨ ਇੱਕ ਵਾਰ ਗਿਆ ਤੇ ਫਿਰ ਮੁੜ ਕੇ ਨਹੀਂ ਆਣਾ ਅਸੀਂ ਸਟਾਰਟਿੰਗ ਕੀਤੀ ਕਿ ਸਬਜ਼ੀ ਮੰਡੀ ਦੇ ਵਿੱਚ ਸ਼ੁਰੂ ਕੀਤਾ ਅਸੀਂ ਨੇ ਕਿਸੇ ਦੇ ਕਹਿਣ ਤੇ ਉੱਥੇ ਅਸੀਂ ਪਹਿਲੇ 2-3 ਦਿਨ ਸੂਪ ਲਾਇਆ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਆ ਕੇ ਭਾਜੀ ਅਸੀਂ ਇੱਥੇ 11 ਫੇਸ ਗੁਰਦੁਆਰਾ ਸਾਹਿਬ ਦੇ ਸਾਹਮਣੇ ਨੀਅਰ ਪਾਰਕ ਫਿਰ ਇੱਥੇ ਆ ਪਹੁੰਚੇ ਅਸੀਂ ਹੌਲੀ ਹੌਲੀ ਕਰਕੇ ਨਹੀਂ ਸੂਪ ਦਾ ਸ਼ੁਰੂ ਤੋਂ ਚੱਲਦਾ ਰਹੀ ਜਦੋਂ ਸੂਪ ਸਟਾਰਟ ਕਰੇ ਉਸ ਤੋਂ ਬਾਅਦ ਸਰਦੀ ਵਿੱਚ ਸੂਪ ਹੁੰਦਾ ਜੀ ਆਪਣਾ ਆ ਗਰਮੀ ਵਿੱਚ ਆਹ ਸੀਨ ਹੁੰਦਾ ਜੀ ਆਪਣਾ ਆਲੂ ਟਿੱਕੀ ਵਗੈਰਾ ਦਹੀਂ ਭੱਲਾ ਚਾਟ ਪਾਪੜੀ ਵਗੈਰਾ ਜੀ ਇਹ ਕੰਮ ਹੈ ਮਤਲਬ ਕਿਸੇ ਨੇ ਦੱਸਿਆ ਕਿ ਆਪਣੇ ਦਿਮਾਗ 'ਚ ਆਇਆ ਇਸ ਤਰ੍ਹਾਂ ਦੀ ਨਹੀਂ ਸਰ ਸ਼ੁਰੂ ਤੋਂ ਹੀ ਇੰਟਰਸਟ ਸੀਗਾ ਜੀ ਫੂਡ ਦੇ ਵਿੱਚ ਬਸ ਇੰਟਰਸਟ ਸੀਗਾ ਫੂਡ ਦਾ ਹੀ ਕੁਝ ਕਨਸੈਪਟ ਸੀਗਾ ਵੀ ਕੁਝ ਕਰਨਾ ਤਾਂ ਫੂਡ ਦਾ ਹੀ ਕਰਨਾ ਹੀ ਕੁਝ ਲਾਈਫ ਦੇ ਵਿੱਚ ਇਸ ਕਰਕੇ ਫੂਡ ਦਾ ਹੀ ਬਸ ਬਾਕੀ ਸੀਜ਼ਨਲ ਕੰਮ ਕਰਦੇ ਰਹਿੰਦੇ ਸਟੈਪ ਬਾਈ ਸਟੈਪ ਕੁਛ ਨਾ ਕੁਛ ਚੇਂਜ ਕਰਦੇ ਰਹਿੰਦੇ ਜਿੱਦਾਂ ਦਾ ਮੌਸਮ ਹੁੰਦਾ ਉਦਾਂ ਦਾ ਕੁਛ ਨਾ ਕੁਛ ਐਡ ਕਰਦੇ ਰਹਿੰਦੇ ਸਟਾਰਟਿੰਗ ਦੇ ਵਿੱਚ ਸ਼ਰਮ ਆਉਂਦੀ ਸੀ ਥੋੜੀ ਸੀ ਕਿਉਂਕਿ ਆਪਣੀ ਮਾਨਸਿਕਤਾ ਐਕਚੁਅਲੀ ਤੁਹਾਨੂੰ ਪਤਾ ਹੀ ਆ ਥੋੜੀ ਵੀਕ ਆ ਮਤਲਬ ਕਿ ਹਾਂਜੀ ਹਾਂ ਲੋਕ ਐਪਰੀਸ਼ੀਏਟ ਨਹੀਂ ਨਾ ਕਰਦੇ ਹੈਗੇ ਇਹ ਚੀਜ਼ ਨੂੰ ਇਨਫੈਕਟ ਫਿਰ ਹੌਲੀ ਹੌਲੀ ਬਸ ਸ਼ਰਮ ਉਤਰ ਗਈ ਬਸ ਕਰਦੇ ਗਈ ਫਿਰ ਤਾਂ ਸ਼ਰਮ ਕੀਤੀ ਨਹੀਂ ਕਦੀ ਜਿਸ ਟਾਈਮ ਸਰ ਲੋਕਡਾਊਨ ਦੇ ਵਿੱਚ ਸੀਗੇ ਲੋਕਡਾਊਨ 'ਚ ਜਿਹੜੇ ਟਾਈਮ ਲੋਕ ਕਹਿੰਦੇ ਸੀ ਕਿ ਕੋਈ ਕੰਮ ਨਹੀਂ ਰਿਹਾ ਬਿਲਕੁਲ ਬੰਦ ਹੋ ਗਿਆ ਕੰਮ ਕੋਈ ਇੱਧਰ ਉੱਧਰ ਦੇ ਕਹਿ ਰਹੇ ਸੀ ਜੋਬਾਂ ਸਾਰਿਆਂ ਦੀਆਂ ਚਲੇ ਗਈਆਂ ਸੀਗੀਆਂ ਉਸ ਟਾਈਮ ਅਸੀਂ ਸਬਜ਼ੀ ਮੰਡੀ ਗਏ ਸੀਗੇ ਕੋਈ ਸਮਾਨ ਲੈਣ ਸਬਜ਼ੀ ਸੁਬਜ਼ੀ ਖਰੀਦਣ ਗਏ ਸੀਗੇ ਤੇ ਉਸ ਤੋਂ ਬਾਅਦ ਸਾਨੂੰ ਇੱਕ ਅਸੀਂ ਵੈਸੇ ਹੀ ਚਾਹ ਦੀ ਪਿਆਲੀ ਲਿੱਤੀ ਇੱਕ ਉਹਨਾਂ ਤੋਂ ਚਾਹ ਪੀਤੀ ਤੇ ਦੇਖਿਆ ਸਾਨੂੰ ਚਾਹ ਉੱਥੇ ਵਧੀਆ ਨਹੀਂ ਲੱਗੀ ਹਾਲਾਂਕਿ ਪੀਣੇ ਵਾਲੇ ਉੱਥੇ ਬਹੁਤ ਲੋਕ ਸੀਗੇ ਤੇ ਸਾਨੂੰ ਉਹਨਾਂ ਨੇ ਦੱਸਿਆ ਕਹਿੰਦੇ ਵੀ ਚਾਹ ਅਸੀਂ ਉਹਨਾਂ ਨੂੰ ਪੁੱਛਿਆ ਵੀ ਕਿੱਦਾਂ ਤੁਸੀਂ ਬਣਾਉਂਦੇ ਹੋ ਕੀ ਰੇਟ ਦਿੰਦੇ ਹੋ ਉਹਨਾਂ 10 ਰੁਪਏ ਕੱਪ ਦੇ ਰਹੇ ਸੀਗੇ
ਅਸੀਂ ਦੇਖਿਆ ਫਿਰ ਉਹ ਤੋਂ ਬਾਅਦ 'ਚ ਅਸੀਂ ਖੁਦ ਉੱਥੇ ਦੇ ਸੋਚਿਆ ਵੀ ਹਾਂ ਵੀ ਅਸੀਂ ਮੰਡੀ ਦੇ ਵਿੱਚ ਸਟਾਰਟ ਕਰ ਲੈਣੇ ਕੰਮ, ਕਿਉਂਕਿ ਬਾਕੀ ਤਾਂ ਸਾਰੇ ਸਰ ਬੰਦ ਸੀਗੇ ਇੱਧਰ ਉੱਧਰ। ਫਿਲਹਾਲ ਲੋਕਡਾਊਨ ਦੇ ਵਿੱਚ ਫਿਰ ਚਾਹ ਵੇਚ ਕੇ ਗੁਜ਼ਾਰਾ ਕੀਤਾ ਜੀ। ਤੇ ਲੋਕਡਾਊਨ ਸੁਬਹ ਸਰ ਸੁਬਹ ਅਸੀਂ ਨਿੰਬੂ ਪਾਣੀ ਲਗਾਉਂਦੇ ਸੀ, ਸੁਬਹ ਦਿਨ ਦੇ ਵਿੱਚ ਫਿਰ ਨਿੰਬੂ ਪਾਣੀ ਲਗਾਉਂਦੇ, ਸੁਬਹ ਚਾਹ ਲਗਾਉਂਦੇ 2:30 ਵਜੇ ਉੱਠ ਕੇ ਜਾਂਦੇ ਸੀ ਮੰਡੀ ਦੇ। ਸਵੇਰੇ 2:30 ਵਜੇ ਉੱਠ ਕੇ ਪਹਿਲਾਂ ਚਾਹ ਲਾਣੀ ਜੀ 3 ਵਜੇ ਤੋਂ ਲੈ ਕੇ 6 ਵਜੇ ਤੱਕ। ਹਾਂਜੀ ਹਾਂ ਹਾਂਜੀ। 2:30 ਵਜੇ, ਹਾਂਜੀ 3 ਵਜੇ ਮੰਡੀ ਲੱਗ ਜਾਂਦੀ, 2:30-3 ਵਜੇ ਉੱਥੇ 2:30 ਤੋਂ 3 ਵਜੇ ਤੱਕ ਮੰਡੀ ਲੱਗਦੀ ਸੀਗੀ, ਸਟਾਰਟ ਹੁੰਦੀ ਸੀਗੀ ਲੋਕਡਾਊਨ ਦੇ ਵਿੱਚ। ਤੇ 6 3 ਵਜੇ ਤੱਕ ਚਾਹ ਤੋਂ ਲੈ ਵੇਚ ਕੇ 6 ਵਜੇ ਤੱਕ ਚਾਹ ਵੇਚ ਕੇ ਉਸ ਤੋਂ ਬਾਅਦ ਨਿੰਬੂ ਪਾਣੀ start। ਨਾਲ 8-8:30 ਵਜੇ ਤੱਕ ਨਿੰਬੂ ਪਾਣੀ ਵੇਚ ਕੇ ਆਪਣਾ ਆ ਕੇ ਘਰੇ ਬੈਠ ਜਾਂਦੇ ਸੀ ਕਿ ਖਰਚਾ ਕੱਢ ਲਿਆ, ਕਿਉਂਕਿ ਰੂਮਾਂ ਦਾ ਸਾਰਾ ਰੈਂਟ ਰੂੰਟ ਦੇਣਾ ਸੀਗਾ ਜੀ। ਉਹਦੇ ਕਰਕੇ ਸਾਰਾ ਕੁਝ ਕਰਕੇ ਬਾਅਦ 'ਚ ਆ ਕੇ ਖੁਸ਼ ਹੁੰਦੇ ਸੀ ਅਸੀਂ ਲੋਕਡਾਊਨ ਦੇ ਵਿੱਚ ਵੀ ਕਿ ਹਾਂ ਵੀ ਅਸੀਂ ਕੰਮ ਕਰ ਰਹੇ ਹਾਂ, ਵਿਹਲੇ ਨਹੀਂ ਬੈਠੇ ਜੀ। ਇਹ ਪਹਿਲੇ ਜਦੋਂ ਅਸੀਂ ਪਹਿਲੀ ਵਾਰ ਸਟਾਰਟ ਕੀਤਾ ਇਹ 4 ਟਾਇਰ ਵਾਲੀ ਰੇਹੜੀ ਸੀਗੀ ਜੀ, ਤੇ ਆ ਹੁਣ ਤਾਂ ਤੁਸੀਂ ਦੇਖ ਸਕਦੇ ਹੋ ਬਾਈਕ ਨਾਲ ਅਟੈਚ ਕਰਕੇ ਹੁਣ ਤਾਂ ਈਜ਼ੀਲੀ ਆ ਜਾਂਦੀ ਹੈ। ਉਸ ਵਕਤ 4 ਟਾਇਰ ਵਾਲੀ ਰੇਹੜੀ ਸੀਗੀ, ਇੱਕ ਬਾਈਕ ਤੇ ਅਸੀਂ 2 ਨਾਲ 2 ਲਾ ਕੇ ਇੱਕ ਦੂਸਰੇ ਇਸ ਤਰ੍ਹਾਂ ਬੈਠ ਕੇ ਨਾ, ਇਹ ਪਿੱਛੇ ਤੋਂ ਫੜਦਾ ਸੀ, ਮੈਂ ਬਾਈਕ ਚਲਾਉਂਦਾ ਸੀ, ਐਵੇਂ ਕਰਕੇ ਹੌਲੀ ਹੌਲੀ ਕਰਕੇ ਲੈ ਕੇ ਜਾਂਦੇ ਸੀ। ਘੱਟੋ ਘੱਟ 5-6 ਮਹੀਨੇ ਦਾ ਪਹਿਲਾਂ ਐਵੇਂ ਹੌਲੀ ਹੌਲੀ ਲੈ ਕੇ ਆਉਂਦੇ ਰਹੇ। ਹਾਂਜੀ ਹਾਂ, ਮੋਟਰਸਾਈਕਲ ਦੇ ਪਿੱਛੇ ਐ ਰੱਖ ਕੇ ਨਾ ਅੱਗੇ ਵਾਲੀ ਸੀਟ ਤੇ ਇੱਕ ਉਲਟਾ ਹੋ ਕੇ ਬੈਠ ਜਾਂਦਾ ਜੀ ਬੰਦਾ, ਇੱਕ ਬੰਦਾ ਡਰਾਈਵ ਕਰਦਾ ਜੀ। ਉਹ ਹੌਲੀ ਹੌਲੀ ਕਰਕੇ ਬਸ ਲੈ, ਬੜਾ ਅਜੀਬ ਜਿਹਾ ਲੱਗਦਾ ਸੀ ਪਹਿਲਾਂ ਤਾਂ ਹੀ, ਡਰ ਵੀ ਲੱਗਦਾ ਸੀ। ਕਈ ਵਾਰ ਇਦਾਂ ਹੁੰਦਾ ਸੀ ਜਾਂਦਿਆਂ ਨੂੰ ਝਟਕਾ ਵੀ ਲੱਗਦਾ ਸੀਗਾ, ਤੇ ਫਿਰ ਇੱਕ ਸਾਈਡ ਤੇ ਨੂੰ ਹੋ ਕੇ ਉੱਤਰ ਕੇ ਫਿਰ ਸੈਟਿੰਗ ਕਰਕੇ ਫਿਰ ਬੈਠਦੇ ਸੀਗੇ। ਕਈ ਵਾਰ ਸਮਾਨ ਪਲਟ ਵੀ ਜਾਂਦਾ। ਇੱਕ ਵਾਰ ਸਾਡਾ ਅਸੀਂ ਗਏ ਸੀਗੇ ਹੀ, ਰਸਤੇ 'ਚ ਜਾ ਰਹੇ ਸੀਗੇ, ਤੇ ਉਹਦਾ ਜਿੱਥੇ ਰਹਿੰਦੇ ਸੀਗੇ ਉਹਦਾ ਟਰਨ ਸੀਗਾ ਕੋਈ, ਤੇ ਉਹ ਕਾਫੀ ਜ਼ਿਆਦਾ ਉੱਚਾ ਨੀਵਾਂ ਸੀਗਾ। ਤੇ ਜਿਸ ਟਾਈਮ ਅਸੀਂ ਲੰਘਣ ਲੱਗੇ ਉੱਥੇ ਤੋਂ, ਤੇ ਉਹ ਹੱਥ 'ਚੋਂ ਸਲਿੱਪ ਹੋ ਗਈ ਰੇੜੀ ਇੱਕ ਸਾਈਡ ਤੋਂ, ਉਹ ਸਾਰੀ ਪਲਟ ਗਈ, ਸਾਡਾ ਸਾਰਾ ਸੂਪ ਸਾਰਾ ਵੇਸਟ ਹੋ ਗਿਆ ਜੀ। ਸਾਰੇ ਦਿਨ ਦੀ ਮਿਹਨਤ ਹੀ ਜਦੇ ਖਰਾਬ ਹੋ ਗਈ, ਸਾਰੀ ਗੱਡੀ ਬਹੁਤ ਖੜੇ ਸੀਗੇ ਲੋਕ, ਤੇ ਉਹ ਇਕੱਠੇ ਹੋ ਕੇ ਦੇਖਣ ਵੀ ਮੁੰਡਿਆਂ ਨੇ ਇੰਨੀ ਮਿਹਨਤ ਕੀਤੀ, ਇੰਨੇ ਮੁੰਡੇ ਸੱਜ ਤੱਜ ਕੇ ਜਾ ਰਹੇ ਨੇ ਕਿ ਇੰਨੀ ਮਿਹਨਤ ਕੀਤੀ, ਸਾਰੀ ਮੁੰਡਿਆਂ ਦੀ ਖਰਾਬ ਹੋ ਗਈ। ਤੇ ਉਹ ਤੋਂ ਬਾਵਜੂਦ ਅਸੀਂ ਇੱਕ ਸਾਈਡ ਤੇ ਬੈਠੇ, ਅਸੀਂ ਹੱਸ ਰਹੇ ਸੀਗੇ ਦੋਨੋਂ ਜਣੇ ਵੀ ਆਹ ਕੀ ਹੋ ਗਿਆ। ਆਹ ਹੋਇਆ ਕੀ ਹੈ ਸਾਡੇ ਨਾਲ। ਪਹਿਲੀ ਵਾਰ ਇਦਾਂ ਹੋਇਆ ਸੀਗਾ ਕਿ ਅਸੀਂ ਕੁਝ ਸਮਾਨ ਬਣਾਇਆ ਤੇ ਪੂਰੀ ਰੀਝ ਨਾਲ ਬਣਾਇਆ, ਤੇ ਉਹ ਸਾਰੇ ਦਾ ਸਾਰਾ ਉੱਥੇ ਹੀ ਪਲਟੀ ਹੋ ਗਿਆ, ਉੱਥੇ ਵੇਸਟ ਹੋ ਗਿਆ ਜੀ। ਕੁਝ ਰਿਸ਼ਤੇਦਾਰ ਐਸੇ ਨੇ ਜਿਹੜੇ ਸਪੋਰਟਿਵ ਨਹੀਂ ਆਪਣੇ, ਮਾਮਾ ਜੀ ਹੁਣੀ ਆ ਕੇ ਸਪੋਰਟ ਕਰਦੇ ਨੇ ਸਮਾਂ ਵੀ, ਉਹ ਕਹਿੰਦੇ ਨੇ ਵਧੀਆ ਕੀਤਾ ਹੋਇਆ ਤੁਸੀਂ ਕੰਮ, ਬਾਕੀ ਆਪਾਂ ਪਰਵਾਹ ਨਹੀਂ ਕਰਦੇ। ਅੱਛਾ, ਤੇ ਐਦਾਂ ਕਹਿੰਦੇ ਨੇ ਇੱਕ ਦੋ ਜਣਾ ਕੋਈ ਕਹਿੰਦਾ ਵੀ ਹਾਂ ਵੀ ਤੁਸੀਂ ਯਾਰ ਵਧੀਆ ਜੌਬ ਕਰਦੇ ਸੀਗੇ, ਉੱਥੇ ਵਧੀਆ ਸੈਲਰੀ ਲੈ ਰਹੇ ਸੀਗੇ, ਕਿ ਤੁਸੀਂ ਕਿਤੇ ਇੱਥੇ ਰੇਹੜੀ ਠੇਲਿਆਂ ਦੇ ਚੱਕਰਾਂ 'ਚ ਪੈ ਗਏ ਤੁਸੀਂ। ਤੇ ਫਿਰ ਜਿਵੇਂ ਆਪਾਂ ਦੇਖਿਆ, ਅਸੀਂ ਪਹਿਲਾਂ ਤੋਂ ਬਚਪਨ ਤੋਂ ਹੀ ਅਸੀਂ ਇਕੱਠੇ ਰਹੇ ਹਾਂ, ਦੋਨੋਂ ਜਣੇ ਇਕੱਠੇ ਪੜ੍ਹੇ, ਦੋਸਤ ਹਾਂ ਅਸੀਂ, ਤੇ ਇਕੱਠੇ ਪੜ੍ਹੇ, ਇਕੱਠਿਆਂ ਨੇ ਜੌਬ ਕੀਤੀ, ਤੇ ਇਕੱਠਿਆਂ ਨੇ ਹੀ ਸਾਨੇ ਸੰਗਮ ਕੈਟਰਿੰਗ ਦੇ ਵਿੱਚ ਕੰਮ ਕੀਤਾ। ਤੇ ਉਸ ਤੋਂ ਬਾਵਜੂਦ ਐਦਾਂ ਸੀਗਾ ਕਿ ਇੱਥੇ ਆ ਕੇ ਕੋਈ ਵੀ ਬੰਦਾ ਕੁਝ ਕਹਿੰਦਾ ਹੀ ਤਾਂ ਸਾਨੂੰ ਕਿਸੇ ਦੀ ਪਰਵਾਹ ਨਹੀਂ ਸੀਗੀ, ਬੇਸ਼ੱਕ ਉਹ ਰਿਸ਼ਤੇਦਾਰ ਨੇ, ਬੇਸ਼ੱਕ ਉਹ ਘਰ ਦੇ ਨੇ, ਕੋਈ ਵੀ ਨਹੀਂ, ਕਿਉਂਕਿ ਇੱਥੇ ਕਰਨਾ ਤਾਂ ਆਪਣੀ, ਕਿਉਂਕਿ ਵੈਲਿਊ ਉਸ ਦਿਨ ਬਣੇਗੀ ਜੀ ਜਿਸ ਦਿਨ ਆਪਾਂ ਕੁਝ ਆਪਣਾ ਕਰਕੇ ਦਿਖਾ ਦਾਂਗੇ। ਕਿਉਂਕਿ ਹੁਣ ਤੱਕ ਤਾਂ ਖੜੇ ਤਾਂ ਹੁਣ ਤਾਂ ਇਹੀ ਹੋਏਗਾ ਕਿ ਹਾਂ ਵੀ ਆਪਾਂ ਇੱਕ ਠੇਲੇ ਤੇ ਖੜੇ ਹਾਂ, ਫਿਲਹਾਲ ਦੇਖ ਰਹੇ ਹਾਂ ਆਪਾਂ ਠੇਲੇ ਤੇ ਖੜੇ ਹਾਂ, ਪਰ ਜਿਵੇਂ ਸਟੈਪ ਬਾਈ ਸਟੈਪ ਉਹ ਚੱਲਦੇ ਜਾ ਰਹੇ ਹਾਂ। ਸਵੇਰ 7 ਵਜੇ ਉੱਠਦੇ ਜੀ, ਪਹਿਲਾਂ ਡੇਲੀ ਮਾਲ ਨया ਫਰੈਸ਼ ਬਣਦਾ ਜੀ, ਡੇਲੀ ਕੰਜ਼ਿਊਮ ਹੋ ਜਾਂਦਾ ਆਪਣਾ। ਹੁਣ 7-7:30 ਤੋਂ ਚੱਲੇਗਾ, ਸਟਾਰਟ ਹੋ ਗਈ, 9 ਵਜੇ ਤੱਕ ਖਤਮ ਹੋ ਜਾਏਗਾ, ਜਿੰਨਾ ਮਾਲ ਆ ਡੇਲੀ ਕੰਜ਼ਿਊਮ ਹੋ ਜਾਂਦਾ ਜੀ। ਫਿਲਹਾਲ ਹੈਗੀ ਜੀ 5-6 ਹਜ਼ਾਰ ਦੀ ਸੇਲ, ਲੋਕਡਾਊਨ ਕਰਕੇ ਥੋੜੀ ਦਿੱਕਤ, ਲੋਕਡਾਊਨ ਕਰਕੇ ਥੋੜੀ ਘੱਟ ਹੈ। ਪਹਿਲਾਂ ਕੰਮ ਜਿੱਦਾਂ ਖੁੱਲ੍ਹਦਾ ਜਾਏਗਾ, ਕਿਉਂਕਿ ਹੁਣ 8 ਵਜੇ ਤੱਕ ਦੁਕਾਨ ਬਿਲਕੁਲ ਬੰਦ ਹੋ ਜਾਂਦੀ ਹੈ ਜੀ। ਉਸ ਤੋਂ ਅੱਗੇ ਜੋਮੈਟੋ ਤੋਂ ਟਾਈ ਅਪ ਕਰਾਂਗੇ ਤਾਂ 5 ਵਜੇ ਕਰੀਬ ਅਸੀਂ ਲਾਉਂਦੇ ਆ ਜੀ, 8 ਵਜੇ ਤੱਕ ਬੰਦ ਕਰ ਦਿੰਦੇ, 3 ਘੰਟੇ ਟੋਟਲ ਲਾਉਂਦੇ ਆ, ਤੇ 3 ਘੰਟੇ ਦੇ ਵਿੱਚ ਹੀ ਬੰਦ ਹੋ ਜਾਂਦੀ ਹੈ ਜੀ ਉਹ ਦੁਕਾਨ। ਦੇਸੀ ਘੀ ਖੁਦ ਹੀ ਤਿਆਰ ਕਰਵਾਉਂਦੇ ਆ, ਕੋਈ ਇਦਾਂ ਨਹੀਂ ਕੋਈ ਵੇਰਕਾ ਤੋਂ ਲੈਂਦੇ ਜਾਂ ਖਾਸ ਬੰਦਾ ਹੀ ਆਪਣਾ ਮਿੱਤਰ। ਹਾਂਜੀ, ਤੇ ਬਸ ਆਪਣਾ ਖੁਦ ਹੀ ਤਿਆਰ ਕਰਾਉਂਦੇ ਆ। ਤੇ ਇਹ ਵੀ ਆਪਣੇ ਡੈਰੀ ਵਾਲੇ ਸੀਗੇ, ਤੇ ਦੋਸਤ ਹੀ ਸੀਗੇ, ਖਾਸ ਜਾਣਕਾਰ ਨਹੀਂ, ਉਹਨਾਂ ਤੋਂ ਲੈਂਦੇ ਦੇਸੀ ਘੀ। ਨਹੀਂ ਜਿਹੜਾ ਕਹਿੰਦਾ ਸੀ ਕਹਿੰਦੇ ਵੀ ਖੁਦ ਲੈ ਜਾਓ, ਘਰ ਜਾ ਕੇ ਚੈੱਕ ਕਰਕੇ ਦੇਖ ਲਓ। ਬਸ ਸ਼ੁਰੂ ਤੇ ਕਦੇ ਵੀ ਉਹ ਕੰਪਰੋਮਾਈਜ਼ ਨਹੀਂ ਕਰਿਆ ਜੀ ਕੰਮ ਨਾਲ, ਸ਼ੁਰੂ ਤੇ ਕੁਆਲਿਟੀ ਮੇਨਟੇਨ ਰੱਖੇ ਆ, ਤਾਂ ਹੀ ਅੱਜ ਮਤਲਬ ਕਿ ਜਿੰਨਾ ਮਾਲ ਆ ਤਾਂ ਹੀ ਲੱਗ ਜਾਂਦਾ ਜੀ ਸਰ। ਫਿਲਹਾਲ ਸਰ ਆਪਾਂ ਆਲੂ ਟਿੱਕੀ ਲਾ ਰੱਖੀ ਹੈ ਦੇਸੀ ਘੀ ਵਾਲੀ, ਦਹੀਂ ਭੱਲੇ ਲਾਏ ਹੋਏ ਨੇ, ਚਾਟ ਪਾਪੜੀ ਲਾਈ ਹੋਈ ਆ। ਬਾਕੀ ਸਮਰ ਡਰਿੰਕਸ ਦੇ ਵਿੱਚ ਵਰਜਨ ਮਹੀਤੋ ਲਾਈ ਹੋਈ ਹੈ, ਸੋਡਾ ਲਾਈਮ ਸੋਡਾ ਲਾਇਆ ਹੋਇਆ, ਮੈਂਗੋ ਮਹੀਤੋ ਹੋ ਗਈ, ਰੋਜ਼ ਮਹੀਤੋ ਹੋ ਗਈ, ਇਹ ਸਾਰੀਆਂ ਬਲੂਬੈਰੀ ਹੋ ਗਈ, ਇਹ ਲਗਾਈਆਂ ਹੋਈਆਂ ਲੀਚੀ ਮਹੀਤੋ। ਜਿਵੇਂ ਸਟੈਪ ਬਾਈ ਸਟੈਪ ਹੁਣ ਅਸੀਂ ਦੇਖ ਰਹੇ ਹਾਂ ਕਿ ਥੋੜਾ ਟਾਈਮ ਹੋਰ ਖੁੱਲ੍ਹੇਗਾ, ਤੇ ਫਿਰ ਉਸ ਹਿਸਾਬ ਨਾਲ ਅਸੀਂ ਹੋਰ ਕਰਾਂਗੇ। ਸਟਫਿੰਗ ਵਾਲੇ ਗੋਲ ਗੱਪੇ ਵੀ ਰੱਖੇ ਜੀ ਸਰ। ਆਪਾਂ ਰੇਟ ਦੇ ਲਈ ਨਹੀਂ ਰੱਖੀ ਕਿ ਹਾਂ ਰੇਟ ਆਪਣਾ ਵਧੇਗਾ, ਆਪਾਂ ਉਹ ਚੀਜ਼ ਲਈ ਰੱਖਿਆ ਕਿ ਕਸਟਮਰ ਨੂੰ ਇੱਕ ਆਪਣਾ ਟੇਸਟ ਦਾ ਪਤਾ ਲੱਗੇਗਾ ਕਿ ਇਹ ਮੁੰਡਿਆਂ ਵਿੱਚ ਕੋਈ ਗੱਲਬਾਤ ਹੈਗੀ ਆ, ਤੇ ਰੀਜ਼ਨੇਬਲ ਰੇਟ ਹੈ ਕੋਈ ਰੇਟ ਇਦਾਂ ਦਾ ਰੱਖਿਆ ਸਰ ਕਿ ਹਰ ਕੋਈ ਬੰਦਾ ਇੱਥੇ ਖਾ ਸਕੇ ਜੀ ਉਹ ਚੀਜ਼ ਨੂੰ। ਜਿੰਨੀ ਕੁ ਸਾਡੀ ਕਾਸਟ ਹੈ ਜੀ ਉਨੀ ਕੁ ਦੇ ਹਿਸਾਬ ਨਾਲ ਸਾਨੇ ਟਿੱਕੀ ਰੱਖੀ ਹੈ।
ਕੋਈ ਇਦਾਂ ਨਹੀਂ, ਕੋਈ ਅਸੀਂ ਪ੍ਰੋਫਿਟ ਬਾਰੇ ਨਹੀਂ ਸੋਚਿਆ ਹੈਗਾ ਕਿ ਇਦਾਂ ਵੀ ਪ੍ਰੋਫਿਟ ਕੱਢਾਂਗੇ, ਇਹਦੇ ਵਿੱਚੋਂ ਕੁਝ ਕੱਢਾਂਗੇ ਜੀ। ਸਰ ਥੋੜਾ ਲੰਬਾ ਸੋਚਿਆ ਹੋਇਆ ਨਾ ਜੀ, ਮਤਲਬ ਕਿ ਐ ਨਹੀਂ ਵੀ ਚਲੋ ਖਾ ਲਿਆ ਕਮਾ ਲਿਆ ਵਾਲਾ ਕੰਮ ਨਹੀਂ ਨਾ ਕੀਤਾ ਹੋਇਆ, ਥੋੜਾ ਲੰਬਾ ਸੋਚਿਆ ਹੋਇਆ। ਜਿੰਨਾ ਕੰਜ਼ਿਊਮ ਹੋਏਗਾ ਮੰਨ ਲਓ ਉਨੀ ਆਪਾਂ ਨੂੰ ਪ੍ਰੋਫਿਟ ਹੋਏਗਾ। ਅਗਰ ਆਪਾਂ ਥੋੜੇ ਸੋਚ ਰੱਖੀਏ ਤਾਂ ਫਿਰ ਉਹੀ ਡੇਲੀ ਆਈ ਚਲਾਈ ਵਾਲਾ ਕੰਮ ਹੋ ਜਾਏਗਾ। ਸਰ 2 ਵਾਰੀ ਮੌਕਾ ਬਣਿਆ ਸੀਗਾ ਲੈਣ ਦਾ, ਉਹ ਕੋਵਿਡ ਆ ਗਈ, ਬਸ ਕੋਵਿਡ ਕਰਕੇ ਰੁਕ ਗਏ ਸੀਗੇ। ਆ ਹੁਣ ਲੈਣ ਲੱਗੇ ਸੀ, ਫਿਰ 1.5 ਮੰਥ ਦਾ ਫਿਰ ਗੈਪ ਪੈ ਗਈ, ਫਿਰ ਖਰਚੇ ਖੁਰਚੇ ਹੋ ਜਾਂਦੇ ਨੇ। ਫਿਰ ਹੁਣ ਅੱਗੇ ਪਲਾਨਿੰਗ ਹੈਗੀ ਸ਼ਾਪ ਦੀ। ਤਕਰੀਬਨ ਆਪਾਂ 10 ਅਪ੍ਰੈਲ ਨੂੰ ਸੋਚਿਆ ਸੀਗਾ ਕਿ 10 ਅਪ੍ਰੈਲ ਨੂੰ ਦੁਕਾਨ ਲੈ ਲਾਂਗੇ ਜੀ, ਪਰ ਉਹ 21 ਮਾਰਚ ਨੂੰ ਲੋਕਡਾਊਨ ਹੋ ਗਿਆ ਸੀਗਾ ਤੇ ਸਾਰੀ ਗੱਲਬਾਤ ਸਾਡੀ ਤਿਆਰੀ ਪੂਰੀ ਹੋਈ ਸੀਗੀ ਕਿ ਹਾਂਜੀ ਇੱਥੇ 11 ਫੇਜ਼ ਦੀ ਲੋਕੇਸ਼ਨ ਤੇ ਸੀਗੇ। ਆ ਗਿੱਲ ਵਾਲੇ ਦੀ ਦੇਖ ਰਹੇ ਸੀਗੇ ਕਿ ਸਾਹਮਣੇ ਲੈ ਲਾਂਗੇ ਜੀ ਦੁਕਾਨ ਸ਼ਾਪ। ਸਾਰੀ ਗੱਲਬਾਤ ਹੋਈ ਵੀ ਬਸ ਉਹ ਲੋਕਡਾਊਨ ਹੋ ਗਿਆ, ਉਹਦੇ ਕਰਕੇ ਸਰ ਸਾਰਾ। ਜੇ ਆਪਣੇ ਜਿਹੜੇ ਗਾਹਕ ਹੈ ਪੱਕੇ ਮਤਲਬ ਰੋਜ਼ ਕਈ ਆਏ ਜਾਂਦੇ ਕੋਈ ਮੁਸਤਲੇ ਮਤਲਬ ਆ ਰਿਹਾ ਕੋਈ? ਲਗਭਗ ਸਰ ਸਾਰੇ ਹੀ ਲੈ ਜਾਂਦੇ ਜੀ, ਮਿਕਸ ਹੋ ਕੇ ਆ ਹੀ ਜਾਂਦੇ ਜੀ। ਨਿੱਤ ਨਵੇਂ ਜਿਹੜੇ ਆਪਣੇ ਕੋਲੇ ਆਉਂਦੇ ਆਪਣੇ ਕੋਲੇ ਹੀ ਆਉਂਦੇ ਜੀ ਕਸਟਮਰ। ਇਸ ਤਰ੍ਹਾਂ ਤਾਂ ਨਹੀਂ ਹੁੰਦਾ ਵੀ ਆਪਾਂ ਨੂੰ ਲੱਗੇ ਵੀ ਸਮਾਨ ਬਚ ਗਿਆ ਯਾਰ, ਹੁਣ ਇਸ ਤਰ੍ਹਾਂ ਯਾਰ ਵੀ ਇਹਦਾ ਕਿਆ ਕਰੀਏ? ਉਹ ਤਾਂ ਲੋਕਡਾਊਨ ਕਰਕੇ ਆ, ਜਿਵੇਂ 9 ਵਜੇ ਤੱਕ ਹੋ ਜਾਂਦਾ ਜੀ, ਹੋਇਆ ਥੋੜੀ ਬਹੁਤੀ, ਉਹ ਵੀ 2 ਤੋਂ 3 ਦਿਨ ਹੋਇਆ ਜੀ। ਅਗਰ ਖਤਮ ਬਚ ਜਾਂਦਾ ਸਮਾਨ, ਉਹ ਫੇਕ ਦੇ ਟਿੱਕੀਆਂ ਵਗੈਰਾ। ਅਦਰਵਾਈਜ਼ ਤਾਂ ਆਪਾਂ ਡੇਲੀ ਫਰੈਸ਼ ਬਣਾ ਕੇ ਨਿਕਲ ਜਾਂਦਾ ਜੀ ਮਾਲ। ਕਰਦੇ ਤਾਂ ਕਹਿੰਦੇ ਠੀਕ ਆ ਹੁਣ ਜੋ ਕਰ ਲਿਆ, ਲੇਕਿਨ ਮੰਮੀ ਹਲੇ ਵੀ ਨਹੀਂ ਸਪੋਰਟ ਕਰ ਰਹੀ। ਉਹ ਕਹਿੰਦੇ ਕੋਈ ਫਾਇਦਾ ਨਹੀਂ ਹੈਗਾ ਇਹੋ ਜਿਹੇ ਕੰਮ ਦੇ ਵਿੱਚ, ਤੂੰ ਕਰਦੇ ਸੋਚ ਕੇ ਐਦਾਂ ਹੀ ਕਹਿੰਦੇ ਨੇ, ਸਗੋਂ ਵੀ ਯਾਰ ਕੁਝ ਕਰਨਾ ਸੀਗਾ ਸਾਨੂੰ ਦੱਸ ਦਿੰਦੇ, ਅਸੀਂ ਕੁਝ ਤੁਹਾਡਾ ਇੱਧਰ ਹੀ ਕਰਾ ਦਿੰਦੇ। ਪਟਿਆਲੇ ਅਸੀਂ ਹੈਗੇ ਪਟਿਆਲੇ ਸ਼ਹਿਰ ਤੋਂ ਜੀ, ਕਿ ਤੁਹਾਡਾ ਇੱਧਰ ਹੀ ਪਟਿਆਲੇ ਕਰਾ ਦਿੰਦੇ। ਇੰਨੀ ਦੂਰ ਅਸੀਂ ਇੱਧਰ ਐਕਚੁਅਲੀ ਜੌਬ ਕਰਦੇ ਜੀ, ਬਸ ਫਿਰ ਇੱਧਰ ਹੀ ਮਨ ਚ ਆਇਆ ਜੀ, ਇੱਧਰ ਹੀ ਕਰ ਲਿਆ ਫਿਰ। ਕਿ ਤੁਹਾਡੀ ਅਸੀਂ ਕੁਝ ਕੇਅਰ ਕੁਰ ਕਰ ਲੈਂਦੇ ਤੇ ਇੱਥੇ ਕੁਝ। ਜਿਹੜੇ ਨਾਲ ਦੇ ਦੋਸਤ ਹੈ ਜਿਹੜੇ ਨੌਕਰੀ ਕਰਦੇ ਆ ਹੋਟਲ ਮੈਨੇਜਮੈਂਟ ਵੇ ਹਾਂਜੀ ਹਾਂ, ਕੁਝ ਜੌਬ ਕਰਦੇ ਜੀ, ਕੁਝ ਬਸ ਇੱਧਰ ਉੱਧਰ ਪਏ ਹੋਏ ਜੀ। ਕਰਕੇ ਤਾਂ ਨਹੀਂ ਕਹਿੰਦੇ ਯਾਰ ਵੀ ਕੱਲ ਨੂੰ ਵਿਆਹ ਕਰਨਾ ਯਾਰ ਵੀ ਰੇੜੀ ਲਾ ਰਹੇ ਵੀ ਇਸ ਤਰ੍ਹਾਂ ਹੋਏਗਾ ਸਾਰਾ ਕੋਈ ਨੀ, ਰੇਹੜੀ ਤੇ ਦੁਕਾਨ ਸਰ ਤੇ ਆ ਜਾਈਏ। ਫਿਲਹਾਲ ਹਜੇ ਵਿਆਹ ਬਾਰੇ ਕੋਈ ਪਲਾਨਿੰਗ ਨਹੀਂ ਹੈਗੀ। ਸੋਚਦਾ ਬੰਦਾ ਵੀ ਸਾਨੂੰ ਮਾਂ ਬਾਪ ਤਾਂ ਸੋਚਦੇ ਆ ਹਾਂ ਇਹ ਕਹਿੰਦੇ ਆਈ ਆ ਤਾਂ, ਯਾਰ ਕਹਿੰਦੇ ਕਰਨਾ ਵੀ ਤੁਹਾਨੂੰ ਕੌਣ ਦੇਗਾ ਕੁੜੀ, ਕਹਿੰਦੇ ਗਲੀ 'ਚ ਖੜੇ ਹੋ। ਵੀ ਤੁਹਾਨੂੰ ਕਿਹੜਾ ਕੁੜੀ ਦੇਗਾ। ਹਾਂਜੀ ਸਾਨੂੰ ਕਿਹਾ ਕੋਈ ਨਹੀਂ। ਬਸ ਐਂ ਆ ਸਰ, ਜਿਸ ਟਾਈਮ ਦੁਕਾਨ ਲੈ ਲਾਂਗੇ, ਸ਼ਾਪ ਲੈ ਲਾਂਗੇ, ਆਪਣੀ ਵਧੀਆ ਸੈਟਿੰਗ ਹੋ ਜਾਏਗੀ ਜੀ। ਉਸ ਟਾਈਮ ਜਿਹਨੇ ਵੈਲਿਊ ਪਹਿਚਾਣਨੀ ਹੋਈ ਆਪਣੇ ਆਪ ਪਹਿਚਾਣ ਲੇਗਾ ਜੀ। ਫਿਰ ਪਛਾਣ ਆ ਜੀ। ਸਾਲ ਦੇ ਕਰ ਰਹੇ ਆ ਹਾਂਜੀ 3 ਸਾਲਾਂ ਤੋਂ ਬਾਅਦ। ਯਾਰ ਦੋਸਤਾਂ ਦੇ ਵਿੱਚ ਤਾਂ ਵੈਸੇ ਹੀ ਰੋਜ਼ ਉਹ ਕਿਤੇ ਹੋਟਲ 'ਚ ਰੋਟੀ ਖਾਣ ਜਾਂਦੇ ਆ, ਇਕੱਠੇ ਰਹਿੰਦੇ, ਲੜਾਈ ਹੋ ਜਾਂਦੀ ਹੈ। ਤੁਹਾਡੇ ਇਸ ਤਰ੍ਹਾਂ ਕਿਵੇਂ ਚੱਲ ਰਿਹਾ ਖੜਾ ਵੀ ਯਾਰ ਕਦੇ ਆਪਸ ਵਿੱਚ ਯਾਰ ਕਿਆ ਹੈ ਵੀ ਤੂੰ ਘੱਟ ਕੰਮ ਕਰ ਰਿਹਾ ਫਲਾਣਾ ਕੁਝ ਵੀ? ਸਾਡੇ ਕਦੇ ਮਨ ਚ ਆਇਆ ਨਹੀਂ ਇੱਕ ਦੂਜੇ ਨਾਲ, ਕਦੇ ਅਸੀਂ ਕਿਹਾ ਵੀ ਤੂੰ ਘੱਟ ਕਰ ਰਿਹਾ ਜਾਂ ਵੱਧ ਕਰ ਰਹੀ। ਲੜਾਈ ਜ਼ਰੂਰ ਪੈਂਦੀ ਐ, ਐਸੀ ਗੱਲ ਨਹੀਂ ਹੈਗੀ। ਲੜਾਈ ਬਹਿਸ ਹਰ ਬਣਾਏ ਗੱਲ ਨੇ ਤੇ ਕੁਝ, ਪੈਂਦੀ ਲੇਕਿਨ ਐ ਪਸਾਨੇ ਮੋਟਿਵ ਸਿਸਟਮ ਬਣਾਇਆ ਹੋਇਆ ਵੀ ਰਹਿਣਾ ਤਾਂ ਇੱਕ ਆਪਾਂ ਨੇ ਤੇ ਕਰਨਾ ਵੀ ਆਪਾਂ ਨੇ ਇੱਕ ਬਣ ਕੇ ਹੀ ਇਹੀ ਕੰਮ। ਇਸ ਕਰਕੇ ਲੜਦੇ ਆ ਲੇਕਿਨ ਇਕੱਠੇ ਹੋ ਜਾਂਦੇ ਆ ਅਗਲੇ ਦਿਨ। ਪੈਸੇ ਦੀ ਵੰਡ ਵਡਾਈ ਵਾਲਾ ਨਹੀਂ ਹੁੰਦਾ ਕਦੇ? ਪੈਸੇ ਤਾਂ ਅੱਜ ਤੱਕ ਅਸੀਂ ਕਦੇ ਵੰਡੇ ਨਹੀਂ ਹੈਗਾ ਜੀ। ਸਰ 3 ਕਦੇ ਸਾਲ ਤੋਂ ਅਸੀਂ ਲੈ ਪੈਸੇ ਕੇ ਦਾ ਹਿਸਾਬ ਨਹੀਂ ਰੱਖਿਆ ਕਿ ਸਾਡੇ ਕੋਲ ਕਿੰਨਾ ਪੈਸਾ ਆ ਰਿਹਾ, ਕਿੰਨਾ ਪੈਸਾ ਜਾ ਰਿਹਾ। ਪਰਸਨਲੀ ਐਕਸਪੈਂਸ ਆ ਜੋ ਬਸ ਨੋਟ ਕਰ ਲੈਂਦੇ ਆ, ਲੇਕਿਨ ਐ ਨਹੀਂ ਵੀ ਕਦੇ ਤੈਨੂੰ ਐਨੇ ਜਾ ਰਹੇ ਜਾਂ ਮੈਨੂੰ ਐਨੇ, ਸਿੱਧੇ ਅਕਾਊਂਟ। ਇੱਕ ਦੂਜੇ ਦੇ ਵੀ ਸਰ ਹਾਂਜੀ ਹਾਂ, ਅੱਖਾਂ ਮੀਚ ਕੇ ਸਾਰੇ ਇੱਕ ਦੂਜੇ ਤੇ ਵਿਸ਼ਵਾਸ ਕਰ ਸਕਦੇ ਹਾਂ ਕਿ ਕੋਈ ਵੀ ਪੈਸਾ ਇੱਧਰ ਤੋਂ ਇੱਧਰ ਨਹੀਂ ਸਾਡੇ 'ਚ ਹੋਏਗਾ। ਦੋਨਾਂ ਦੇ ਵਿੱਚ ਇੰਨਾ ਇੱਕ ਦੂਜੇ ਨੂੰ ਬਚਪਨ ਤੋਂ ਜਾਣਦੇ ਆਏ ਸਰ ਅਸੀਂ। ਕਈ ਆਪਣੇ ਪੰਜਾਬੀ ਵੀ ਹੁੰਦੇ ਨੇ ਵਿੱਚ, ਕਈ ਹੋਰ ਵੀ ਹੁੰਦੇ ਨੇ ਕਿ ਪਹਿਲਾਂ ਤਾਂ ਕਹਿ ਦੇਣਗੇ ਕਿ ਤੁਸੀਂ ਮੁੰਡਿਓ ਲਾ ਲਓ ਇੱਥੇ, ਅਸੀਂ ਤੁਹਾਡੇ ਨਾਲ ਖੜੇ ਹਾਂ, ਸਪੋਰਟ ਦੇ ਵਿੱਚ ਖੜੇ ਹਾਂ। ਪਰ ਇੱਕ ਕਹਿੰਦੇ ਹੁੰਦੇ ਨੇ ਕਿ ਸਟੈਪ ਪੱਟਣਾ ਤੇ ਉਹ ਆਪਾਂ ਨੂੰ ਹੀ ਪੱਟਣਾ ਪੈਣਾ ਹੈ ਜੀ। ਇੱਕ ਜਗ੍ਹਾ ਨਹੀਂ ਤਾਂ ਦੂਜੀ ਜਗ੍ਹਾ, ਦੂਜੀ ਨਹੀਂ ਤਾਂ ਤੀਜੀ ਜਗ੍ਹਾ। ਜੇ ਆਪਾਂ ਆਪਣੇ ਆਪ ਤੇ ਕੁਝ ਹੌਸਲਾ ਰੱਖਦੇ ਹਾਂ, ਕੋਈ ਅੱਗੇ ਕੁਝ ਕਰਨ ਬਾਰੇ ਸੋਚਦਾ, ਤਾਂ ਵਾਹਿਗੁਰੂ ਅੱਗੇ ਨਾ ਆਪਣੇ ਆਪ ਅੱਗੇ ਨਾ ਅੱਗੇ ਕੋਈ ਨਾ ਕੋਈ ਰਾਸਤਾ ਕਰਨ ਵਾਲਿਆਂ ਲਈ ਬਹੁਤ ਕੁਝ ਹੈ ਜੀ, ਨਾ ਕਰਨ ਵਾਲੇ ਕੁਝ ਵੀ ਨਹੀਂ ਹੈਗਾ ਜੀ। ਕਦੇ ਕੋਈ ਸਾਨੂੰ ਸਰਕਾਰ ਵੱਲੋਂ ਕੋਈ ਨਹੀਂ ਮਿਲਿਆ ਕੁਝ ਕਿ ਹਾਂ ਕੋਈ ਤੁਹਾਨੂੰ ਸਰਕਾਰ help ਕਰ ਜ਼ਰੂਰ ਦਿੰਦੇ ਹਾਂ, ਬੇਕਾਰ ਕੁਛ ਹੈ ਕਰ ਲੇਕਿਨ ਦਿੰਦੇ ਹਾਂ। ਆਪਾਂ ਕੰਮ ਪ੍ਰਤੀ ਜ਼ਰੂਰ ਮਿਲ ਕੇ ਆਪਾਂ ਖਿੱਚ ਕੇ ਰੱਖਿਆ ਹੋਇਆ ਜੀ ਕੰਮ। ਸਰਕਾਰਾਂ ਦਾ ਆਲਮੋਸਟ ਸਰ ਪਤਾ ਹੀ ਹੈ, ਸਭ ਨੂੰ ਹੀ ਪਤਾ ਹੀ, ਲੇਕਿਨ ਆਪਾਂ ਕੰਮ ਤੱਕ ਧਿਆਨ ਰੱਖਿਆ ਹੋਇਆ ਜੀ। ਇੱਥੇ ਸਾਨੂੰ ਕੰਮ ਲੱਗਣ ਤੋਂ ਰੋਕਿਆ ਬਹੁਤ ਜਣਿਆਂ ਨੇ ਸੀਗਾ, ਜਿਵੇਂ ਸਰਕਾਰਾਂ ਹੋ ਗਿਆ, ਕਾਰਪੋਰੇਸ਼ਨ ਕਮੇਟੀ ਵਾਲੇ ਵੀ ਹੋ ਗਏ, ਪਰੇਸ਼ਾਨ ਕਰਦੇ ਨੇ। ਉਹਨਾਂ ਦੀ ਵੀ ਚਲੋ ਸਰ ਡਿਊਟੀ ਹੈ, ਉਹਨਾਂ ਨੇ ਵੀ ਕਰਨਾ। ਪਰ ਇੱਦਾਂ ਵੀ ਇੱਥੋਂ ਸਾਨੂੰ ਬਹੁਤ ਜਣੇ ਰੋਕਿਆ ਕਿ ਤੁਸੀਂ ਇੱਥੇ ਨਾ ਲਾਓ। ਸਾਡੇ ਕੰਪੀਟੀਟਰ ਵੀ ਬੜੇ ਆਏ ਜੀ ਕਿ ਇੱਥੇ ਲਾਓ। ਅਸੀਂ ਟਿੱਕੀ ਲਾਈ ਸੀਗੀ 50 ਰੁਪਏ ਪਲੇਟ, ਉਹ 40 ਰੁਪਏ ਲਾਈ ਉਹਨਾਂ ਨੇ। ਅਸੀਂ ਸੂਪ ਲਾਇਆ ਸੀਗਾ 40 ਰੁਪਏ, ਉਹਨਾਂ ਨੇ 30 ਰੁਪਏ ਲਾਇਆ। ਪਰ ਕੁਆਲਿਟੀ ਕਰਕੇ ਸਰ ਬੰਦ ਕਰਨਾ ਪਿਆ ਉਹਨਾਂ ਨੂੰ, ਜੋ ਵੀ ਚੀਜ਼ ਦੇ ਵਿੱਚ ਸੀਗੀ। ਪਰ ਆਪਾਂ ਅੱਜ ਤੱਕ ਕਦੇ ਵੀ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਜਿੰਨਾ ਸਮਾਨ ਤਿਆਰ ਹੋਏਗਾ ਉਹ ਸਰ ਇੱਕ ਦਿਨ ਲਈ ਹੀ ਤਿਆਰ ਹੋਏਗਾ, ਅਗਲੇ ਦਿਨ ਬਿਲਕੁਲ ਵੀ ਨਹੀਂ ਅਸੀਂ ਯੂਜ਼ ਕਰਾਂਗੇ। ਪਰਚੀ ਨਹੀਂ ਸਰ, ਉਹ ਸਮੂਨ ਲੈ ਜਾਂਦੇ, ਜਿਵੇਂ ਟੇਬਲ ਵਗੈਰਾ ਚੱਕ ਕੇ ਲੈ ਕੇ ਫਿਰ ਉੱਥੇ ਫਾਈਨ ਦੇਣਾ ਪੈਂਦਾ ਜੀ। ਬਾਕੀ ਸਾਡੇ ਇੱਕ ਗੁਰਪ੍ਰੀਤ ਸਰ ਸੀਗੇ ਆਪਣੇ, ਜਿਨ੍ਹਾਂ ਨੂੰ ਅਸੀਂ ਉਸਤਾਦ ਮੰਨਦੇ ਹਾਂ ਆਪਣੇ, ਤੇ ਉਹਨਾਂ ਦੀ ਹੁਣ ਡੈਥ ਹੋ ਗਈ। ਉਹ ਬਹੁਤ ਵਧੀਆ ਸੀ। ਅਸੀਂ ਜਦੋਂ ਵੀ ਉਹਨਾਂ ਦਾ ਸਾਡੀ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਰਿਹਾ। ਬਹੁਤ ਵੱਡਾ ਰੋਲ ਆ। ਉਹਨਾਂ ਨੇ ਸਾਨੂੰ ਹਮੇਸ਼ਾ ਜਦੋਂ ਵੀ ਸਪੋਰਟ ਕੀਤਾ ਜੀ। ਅਸੀਂ ਮੰਨ ਲਓ ਡੀਮੋਟੀਵੇਟ ਹੋਣਾ, ਜਿੱਦਣ ਸਾਡਾ ਕੰਮ ਨਹੀਂ ਚੱਲਣਾ, ਕੁਝ ਦਿਨ ਕੰਮ ਨਹੀਂ ਚੱਲਣਾ, ਅਸੀਂ ਇੱਕ ਦੂਜੇ ਨਾਲ ਗੱਲ ਕਰਨੀ ਕਿ ਯਾਰ ਕੰਮ ਨਹੀਂ ਚੱਲ ਰਿਹਾ, ਹੁਣ ਕੀ ਕਰੀਏ। ਉਹਨਾਂ ਨੇ ਸਾਨੂੰ ਆਪਣੀ ਫੈਮਿਲੀ ਵਾਂਗ ਸਮਝਿਆ ਜੀ। ਜਦ ਮਰਜ਼ੀ ਕਹਿੰਦੇ ਘਰ ਆਓ, ਜਦ ਮਰਜ਼ੀ। ਸਗੋਂ ਉਹਨਾਂ ਨੇ ਬਿਠਾ ਕੇ ਸਾਨੂੰ ਉੱਥੇ ਤੱਕ ਰੱਖਿਆ, ਕਮਰੇ ਦੇ ਵਿੱਚ, ਆਪਣੇ ਕਮਰੇ 'ਚ ਬੁਲਾ ਲੈਂਦੇ ਸੀ ਕਿ ਆਜੋ ਪੁੱਤਰੋ ਤੁਹਾਨੂੰ ਮੈਂ ਬੁਲਾਣਾ। ਪਰ ਉਹ ਇੱਕ ਗੱਲ ਹਮੇਸ਼ਾ ਕਹਿੰਦੇ ਸੀਗੇ ਕਿ ਮੈਨੂੰ ਅੰਕਲ ਨਹੀਂ ਕਹਿਣਾ,
ਠੀਕ ਹੈ। ਮੈਂ ਕਦੇ ਅੰਕਲ ਨਹੀਂ ਹੋਊਂਗਾ, ਜਿੰਨੀ ਮਰਜ਼ੀ ਉਮਰ ਹੋ ਜਾਵੇ ਮੇਰੀ, ਮੈਨੂੰ ਬੜਾ ਵੀਰ ਕਹਿ ਲਓ ਕਿ ਮੈਨੂੰ ਅੰਕਲ ਕਦੇ ਨਹੀਂ ਕਹਿਣਾ ਹੈਗਾ ਉਹਨਾਂ ਨੇ। ਤੇ ਸਹੀ ਹੈ ਹਾਂਜੀ ਹਾਂ, ਭਾਈ, ਕੋਈ ਅੰਕਲ ਨਹੀਂ ਹੁੰਦਾ। ਸਹੀ ਗੱਲ ਹੈ। ਤੇ ਸਰ ਸਾਨੂੰ ਉਹਨਾਂ ਨੇ ਜਦੋਂ ਵੀ ਜਾਣਾ ਉੱਥੇ ਬੈਠਣਾ, ਬੈਠ ਕੇ ਸਾਨੂੰ ਸਗੋਂ ਉਹਨਾਂ ਨੇ ਕਹਿਣਾ ਕਿ ਤੁਸੀਂ ਯਾਰ ਆਹ ਟੇਸਟ ਕਰ ਰਹੇ ਹੋ। ਉਹਨਾਂ ਨੂੰ ਸੈਟੀਸਫੈਕਸ਼ਨ ਸਰ ਕਦੇ ਵੀ ਨਹੀਂ, ਸੈਟੀਸਫੈਕਸ਼ਨ ਨਹੀਂ ਹੁੰਦੀ ਸੀਗੀ ਕਿ ਯਾਰ ਤੁਸੀਂ ਇਹ ਵਧੀਆ ਕਰ ਰਹੇ ਹੋ। ਉਹ ਕਹਿੰਦੇ ਤੁਸੀਂ ਹੋਰ ਵਧੀਆ ਕਰ ਲਓ, ਮੈਨੂੰ ਤੁਹਾਡੇ ਤੋਂ ਹੋਰ ਉਮੀਦ ਆ ਕਿ ਤੁਸੀਂ ਇਹ ਤੋਂ ਵੀ ਹੋਰ ਉੱਪਰ ਜਾ ਸਕਦੇ ਹੋ, ਇਹ ਤੋਂ ਹੋਰ ਉੱਪਰ ਜਾ ਸਕਦੇ ਹੋ। ਉਹ ਸਾਨੂੰ ਸਪੋਰਟ ਇਸ ਲਈ ਕਰਦੇ ਸੀਗੇ, ਉਹਨਾਂ ਨੂੰ ਸਾਡੇ ਤੋਂ ਬਹੁਤ ਜ਼ਿਆਦਾ ਉਮੀਦ ਸੀਗੀ ਜੀ। ਬਹੁਤ ਜਗ੍ਹਾ ਸਾਨੂੰ ਜਿੱਥੇ ਦਾ ਖਾਣਾ ਟੌਪ ਤੇ ਸੀਗਾ ਉੱਥੇ ਘੁਮਾ ਲਿਆਏ, ਕਿਤੇ ਹੋਰ ਘੁਮਾ ਲਿਆਏ ਜੀ। ਹੁਣ ਉਹ ਡੈਥ ਹੋ ਗਈ ਜੀ ਉਹਨਾਂ ਹੁਣ ਦੀ। ਡੈਥ ਹੋ ਗਈ ਸਰ ਉਹਨਾਂ ਦੀ। ਇਹ ਤੁਸੀਂ ਕੰਮ ਕਿੱਥੇ ਕਰਦੇ ਹੋ? ਇਹ 11 ਫੇਸ ਕਰਦੇ ਜੀ, ਗੁਰਦੁਆਰਾ ਸਾਹਿਬ ਦੇ ਆਪੋਜ਼ਿਟ ਨੀਅਰ ਪਾਰਕ ਕੋਲੇ। ਆ ਪਿੱਛੇ ਸਿੰਘ ਪਾਰਕ ਸਭਾ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਕਰਦੇ, ਮੋਹਾਲੀ। ਮੋਹਾਲੀ।